ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਔਰ ਸਮਾਂ ਕੱਢ ਕੇ ਜ਼ੂਮ ਦੀ ਸੰਗਤ ਵਿੱਚ ਸਾਰੇ ਜਿਹੜੇ ਹਾਜ਼ਰ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਔਰ ਇਹ ਵੀ ਆਸ ਕਰਦੇ ਹਾਂ ਕਿ ਆਪ ਜੀ ਗੁਰਬਾਣੀ ਨੂੰ ਇੰਜੋਏ ਕਰ ਰਹੇ ਹੋਵੋਗੇ। ਗੁਰਬਾਣੀ ਨੂੰ ਇਹ ਸਮਝ ਕੇ ਨਹੀਂ ਆਪਾਂ ਪੜ੍ਹਨਾ ਕਿ ਆਪਾਂ ਇਹ ਫਾਰਮੈਲਿਟੀ ਪੂਰੀ ਕਰਨੀ ਹੈ, ਪਾਠ ਕਰਨਾ। ਗੁਰਬਾਣੀ ਦਾ ਆਨੰਦ ਲੈ ਕੇ ਪੜ੍ਹਨਾ ਵੀ ਰਚਨਾ ਚੋਂ ਮੱਲੋ ਮੱਲੀ ਨਿਕਲੇ ਵੀ ਵਾਹ ਗੁਰੂ ਵਾਹ ਗੁਰੂ। ਧੰਨ ਗੁਰੂ ਨਾਨਕ ਕੈਸਾ ਅਵੱਲਾ ਗਿਆਨ ਸਾਨੂੰ ਦਿੱਤਾ। ਗੁਰਬਾਣੀ ਚ ਫਰਮਾਨ ਹੈ, ਕਬੀਰ ਸਾਹਿਬ ਦੀ ਬਾਣੀ ਹੈ, ਐਸੋ ਇਹ ਸੰਸਾਰ ਪੇਖਣਾ ਰਹਿਣ ਨ ਕੋ ਪਈ ਹੈ ਰੇ। ਸੁਧੇ ਸੁਧੇ ਰੇਗ ਚਲੋ ਤੁਮ ਨਤਰ ਕੋ ਧੱਕਾ ਦਿਵਈ ਹੈ। ਆਪਾਂ ਨੂੰ ਇਹ ਜ਼ਰੂਰ ਯਾਦ ਰੱਖਣਾ ਪੈਣਾ ਕਿ ਅਸੀਂ ਇੱਕ ਦਿਨ ਜਹਾਨ ਤੋਂ ਕੂਚ ਕਰਨਾ ਹੈ। ਇਸ ਭੁਲੇਖੇ ਵਿੱਚ ਸਦਾ ਇੱਥੇ ਕਿ ਅਸੀਂ ਸਦਾ ਇੱਥੇ ਬਹਿ ਰਹਿਣਾ ਹੈ, ਇਹ ਬੰਦੇ ਨੂੰ ਕੁਰਾਏ ਪਾ ਦਿੰਦਾ। ਬਾਰੇ ਬੁੱਢੇ ਤਰਨੇ ਭਈਆ ਸਭ ਹੁਣ ਜੰਮ ਲੈ ਜਾਈ ਹੈ ਰੇ। ਬੱਚੇ ਬੁੱਢੇ ਜਵਾਨ ਮੌਤ ਨੇ ਸਾਰਿਆਂ ਨੂੰ ਇੱਥੋਂ ਲੈ ਕੇ ਜਾਣਾ। ਮਾਨਸ ਬਪੁਰਾ ਮੂਸਾ ਕੀਨੋ ਮੀਚ ਬਿਲਈਆ ਖਈ ਹੈ ਰੇ। ਬੰਦਾ ਤਾਂ ਇਦਾਂ ਜਿਵੇਂ ਚੂਹਾ ਵਿੱਚ ਬੈਠਿਆ, ਉਹਨੂੰ ਮੌਤ ਰੂਪ ਬਿੱਲਾ ਘੇਰੀ ਬੈਠਾ ਹਮੇਸ਼ਾ। ਧਨਵੰਤਾ ਅਰ ਨਿਰਧਨਵਨ ਨਹੀਂ ਤਾਕੀ ਕਛੂ ਨਾ ਕਾਨੀ ਰੇ। ਰਾਜਾ ਪ੍ਰਜਾ ਸਮ ਕਰ ਮਾਰੈ ਐਸੋ ਕਾਲ ਬਿਡਾਨੀ ਰੇ। ਮਨੁੱਖ ਅਮੀਰ ਹੋਵੇ ਜਾਂ ਗਰੀਬ ਹੋਵੇ, ਮੌਤ ਨੇ ਲਿਹਾਜ਼ ਨਹੀਂ ਕਰਨਾ। ਰਾਜੇ ਨੂੰ ਵੀ ਉਦਾਂ ਹੀ ਮੌਤ ਆਉਣੀ ਹੈ, ਪ੍ਰਜਨ ਨੂੰ ਵੀ ਉਸੇ ਤਰ੍ਹਾਂ ਹੀ ਜਮ ਨੇ ਲੈ ਕੇ ਜਾਣਾ। ਇਸ ਤਰ੍ਹਾਂ ਦਾ ਇਹ ਜਿਹੜਾ ਕਾਲ ਹੈ, ਇਹ ਬਲਵਾਨ ਹੈ, ਡੱਢ ਹੈ। ਸ਼ਬਦ ਦਾ ਥੋੜਾ ਜਿਹਾ ਰੁਖ ਚੇਂਜ ਕਰਦੇ ਕਬੀਰ ਸਾਹਿਬ ਕਹਿੰਦੇ, ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਿਰਾਲੀ। ਪਰ ਕਹਿੰਦੇ ਉਹਨਾਂ ਦੀ ਕਥਾ ਨਿਰਾਲੀ ਹੈ ਜਿਹੜੇ ਬੰਦੇ ਅਕਾਲ ਪੁਰਖ ਦੀ, ਇੱਕ ਅਕਾਲ ਪੁਰਖ ਦੀ ਭਗਤੀ ਕਰਦੇ ਆ। ਉਹ ਅਕਾਲ ਪੁਰਖ ਨੂੰ ਪਿਆਰੇ ਲੱਗਣੇ ਸ਼ੁਰੂ ਹੋ ਜਾਂਦੇ ਆ। ਆਵੇ ਨਾ ਜਾਏ ਨਾ ਕਬ ਹੋ ਮਰਤੇ ਪਾਰ ਬ੍ਰਹਮ ਸੰਗਾਰੀ ਰੇ। ਉਹ ਨਾ ਫਿਰ ਜੰਮਦੇ ਹੈ ਨਾ ਮਰਦੇ ਹੈ, ਉਹ ਪਰਮਾਤਮਾ ਦੇ ਨਾਲ ਹੀ ਆਪਣਾ ਜਿਹੜਾ ਉਹਨਾਂ ਦਾ ਸੰਗ ਸਾਥ ਚੱਲਦਾ। ਪੁੱਤਰ ਕਲਤਰ ਲక్ష్ਮੀ ਮਾਇਆ ਇਹ ਹੈ ਤਜੋ ਜੀ ਜਾਨੀ ਰੇ। ਇਹਨਾਂ ਨਾਲ ਮੋਹ ਨਹੀਂ ਪਾਉਣਾ ਕਦੇ ਵੀ। ਤਜਣਾ ਮਤਲਬ ਪੁੱਤਰ, ਵੋਟੀ, ਧਨ ਪਦਾਰਥ, ਇਹਨਾਂ ਨਾਲ ਮੋਹ ਨਹੀਂ ਪਾਉਣਾ। ਇਹਨਾਂ ਨੂੰ ਇੰਜੋਏ ਕਰਨਾ। ਇਹਨਾਂ ਨੂੰ ਜੇ ਅਕਾਲ ਪੁਰਖ ਨੇ ਦਿੱਤਾ ਹੈ ਖੁੱਲਾ, ਤੇ ਇਹਨਾਂ ਦਾ ਆਨੰਦ ਲੈਣਾ। ਕਹਿਤ ਕਬੀਰ ਸੁਨੋ ਰੇ ਸੰਤੋ ਮਿਲ ਹੈ ਸਾਰੰਗ ਪਾਣੀ ਦੇ। ਕਬੀਰ ਸਾਹਿਬ ਕਹਿੰਦੇ ਆ, ਮੋਹ ਛੱਡਿਆਂ ਪਰਮਾਤਮਾ ਮਿਲ ਪੈਂਦਾ ਹੈ। ਪਰਮਾਤਮਾ ਦੇ ਨਾਲ ਮਿਲ ਕੇ ਅਸੀਂ ਕੰਮ ਕੀ ਕਰਨਾ? ਦਿਨ ਰਾਤੀ ਅਰਾਧੋ ਪਿਆਰੋ ਨਿਮਖ ਨਾ ਕੀਜੈ। ਜਪਣਾ ਅਸੀਂ ਅਕਾਲ ਪੁਰਖ ਦਾ ਨਾਮ ਹੀ ਹੈ। ਸੋ ਮੋਹ ਛੱਡ ਕੇ ਪਰਮਾਤਮਾ ਦੇ ਨਾਲ ਆਪਾਂ ਪਰਮਾਤਮਾ ਦੇ ਰਾਸਤੇ ਤੇ ਤੁਰਨਾ। ਸੰਤ ਹੋ, ਪਰਮਾਤਮਾ ਦੇ ਰਾਹ ਤੇ ਤੁਰੀਏ,
ਤੇ ਪਰਮਾਤਮਾ ਨੂੰ ਇਸ ਮਨੁੱਖਾ ਜਨਮ 'ਚ ਮਿਲਣ ਦਾ ਯਤਨ ਕਰੀਏ। ਆਪਾਂ ਹੁਣ ਆਪਣੀ ਵਾਰ ਦਾ ਅੱਜ 10ਵੀਂ ਪੌੜੀ ਕਰਨੀ ਹੈ ਵਾਰ ਦੀ। नौ पौड़ियां ਆਪਾਂ ਪਹਿਲਾਂ ਕਰ ਚੁੱਕੇ ਹਾਂ ਔਰ ਇਹ ਵੀ ਮੈਂ ਆਸ ਕਰ ਰਿਹਾ ਕਿ ਆਪਾਂ ਸਾਰੇ ਹੀ ਕੁਛ ਨਾ ਕੁਛ ਰੋਜ਼ ਐਵਰੀ ਸੰਡੇ ਨਵਾਂ ਸਿੱਖ ਕੇ ਜਾ ਰਹੇ ਹਾਂ। ਜਿਸ ਤਰ੍ਹਾਂ ਆਪਾਂ ਪਿੱਛੇ ਪੜ੍ਹ ਕੇ ਆਏ ਹਾਂ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਸਾਥ। ਇਹ ਅਸੀਂ ਕੁਝ ਹੋਰ ਹੀ ਸਮਝਦੇ ਰਹੇ ਹਾਂ, ਪਰ ਇਹ ਵਿਦਵਾਨ ਲੋਕ ਜਿਹੜੇ ਪੰਡਤ ਲੋਕ ਹੁੰਦੇ ਸੀ ਉਹ ਗੱਡਿਆਂ ਤੇ ਲੱਦ ਕੇ ਕਿਤਾਬਾਂ ਲੈ ਕੇ ਆਉਂਦੇ ਸੀ ਔਰ ਜਿਹੜਾ ਕੁਝ ਸਮਾਨ ਕਿਤਾਬਾਂ ਨਹੀਂ ਗੱਡਿਆਂ ਤੇ ਲੱਦੀਆਂ ਜਾਂਦੀਆਂ ਸੀ ਉਹ ਆਪਣੇ ਸਾਥੀਆਂ ਨੂੰ ਚੁਕਾ ਦਿੰਦੇ। ਕਿੰਨਾ ਵੱਡਾ ਡਿਫਰੈਂਸ ਆ ਗਿਆ ਮੀਨਿੰਗ ਦੇ ਵਿੱਚ। ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ ਹੈ, ਪੜ ਪੜ ਬੇੜੀ ਪਾਈ ਹੈ, ਪਰ ਉਹ ਧਾਰਮਿਕ ਪੁਸਤਕਾਂ ਦੀ ਪੜ੍ਹਾਈ ਦਾ ਇਜ਼ਹਾਰ ਜਿਹੜਾ ਉਹ ਹਉਮੈ ਦੇ ਬੰਧਨ ਹੀ ਨੇ ਕਿ ਮੈਨੂੰ ਬਹੁਤ ਜ਼ਿਆਦਾ ਗਿਆਨ ਹੈ। ਇਹ ਤਾਈਓ ਇਹਨਾਂ ਦੇ ਨਾਮ ਚਤੁਰਵੇਦੀ, ਤ੍ਰਿਵੇਦੀ, 4 ਵੇਦਾਂ ਦਾ ਗਿਆਤਾ, 3 ਵੇਦਾਂ ਦਾ ਗਿਆਤਾ ਇਸ ਤਰ੍ਹਾਂ ਹੁੰਦੇ ਸੀ। ਪੜ ਪੜ ਗੱਡੀ ਹੈ ਖਾਕ। ਐਸਾ ਗਿਆਨ ਕੇਵਲ ਹਉਮੈ ਦੇ ਟੋਇਆਂ ਵਿੱਚ ਹੀ ਸੁੱਟਦਾ। ਸੋ ਅਸੀਂ ਇਸ ਚੀਜ਼ ਦਾ ਵੀ ਖਿਆਲ ਰੱਖਣਾ ਕਿ ਗਿਆਨ ਦੇ ਨਾਲ ਨਾਲ ਅਸੀਂ ਨਾਮ ਅਭਿਆਸ ਤੇ ਜ਼ਿਆਦਾ ਤਵੱਜੋ ਦੇਣੀ ਹੈ। ਅੱਜ ਅਸੀਂ 10ਵੀਂ ਪੌੜੀ ਜਿਹੜੀ ਆ ਉਹ ਵਿਚਾਰਨੀ ਸ਼ੁਰੂ ਕਰਦੇ ਹਾਂ। ਉਹ ਹੈ ਕੂੜ ਰਾਜਾ। ਸ਼ਲੋਕ ਮਹੱਲਾ ਪਹਿਲਾ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਹੁਣ ਦੇਖੋ ਇੱਥੇ ਵੀ ਫਰਕ ਪੈਣਾ। ਮੈਂ ਸਕਰੀਨ ਤੇ ਜਿਹੜੇ ਹੁਣ ਚੱਲਦੇ ਮੀਨਿੰਗਸ ਨੇ ਭਾਈ ਸਾਹਿਬ ਸਿੰਘ ਜੀ ਦੇ ਕੀਤੇ ਹੋਏ ਨੇ ਉਹ ਖੋਲਦਾ ਨਹੀਂ, ਕਿਉਂਕਿ ਕਈ ਵਾਰੀ ਮੀਨਿੰਗ ਬਿਲਕੁਲ ਹੀ ਆਪਣੇ ਆਪੋਜ਼ਿਟ ਚਲੇ ਜਾਂਦੇ ਆ। ਸੋ ਇਸ ਕਰਕੇ ਬਾਣੀ ਦੇ ਨਾਲ ਹੀ ਆਪਾਂ ਬਾਣੀ ਨੂੰ ਖੋਲਣ ਦੀ ਕੋਸ਼ਿਸ਼ ਕਰੀਏ। ਤੁਸੀਂ ਆਪਣੇ ਜੇ ਫੋਨ ਤੇ ਬਾਅਦ ਚ ਦੇਖਣੇ ਹੋਣ ਤੇ ਜ਼ਰੂਰ ਦੇਖ ਸਕਦੇ ਹੋ। ਮੀਨਿੰਗ ਉਹੀ ਬਿਹਤਰ ਹੈ, ਉਹੀ ਤੁਸੀਂ ਪ੍ਰਵਾਨ ਕਰਿਓ। ਮੈਂ ਨਹੀਂ ਕਹਿੰਦਾ ਵੀ ਮੈਂ ਠੀਕ ਆ, ਵੀ ਮੇਰੇ ਮੀਨਿੰਗ ਠੀਕ ਨੇ, ਨੈਵਰ। ਇੱਕ ਗੱਲ ਮੈਂ ਜ਼ਰੂਰ ਕਹੂੰਗਾ ਕਿ ਮੀਨਿੰਗ ਉਹ ਪ੍ਰਵਾਨ ਕਰਿਓ ਜਿਹੜਾ ਤੁਹਾਨੂੰ ਅਕਾਲ ਪੁਰਖ ਦੇ ਨਜ਼ਦੀਕ ਕਰੇ, ਜਿਹੜਾ ਤੁਹਾਨੂੰ ਨਾਮ ਜਪਣ ਵਾਸਤੇ ਪ੍ਰੇਰਨਾ ਦੇਵੇ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਹੁਣ ਇੱਥੇ ਇਹ ਕਹਿ ਦਿੰਦੇ ਆ ਜੀ ਇਹ ਸਾਰਾ ਜਿਹੜਾ ਜਗਤ ਹੈ ਇਹ ਕੂੜ ਹੈ, ਰਾਜਾ ਪਰਜਾ ਸਭ ਕੂੜ ਹੈ, ਸਭ ਛਲ ਹੈ। ਹੁਣ ਪਾਤਸ਼ਾਹ ਇੱਥੇ ਗੱਲ ਕੀ ਕਹਿਣੀ ਚਾਹ ਰਹੇ? ਕਹਿੰਦੇ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਜੇ ਇਹ ਕੂੜ ਹੀ ਹੈ ਤੇ ਫਿਰ ਮਨੁੱਖੀ ਜਨਮ ਨੂੰ ਇੰਨਾ ਵਡਮੁੱਲਾ ਕਿਉਂ ਕਿਹਾ? ਰਾਜਾ ਵੀ ਤੇ ਮਨੁੱਖਾ ਜਨਮ ਚ ਹੀ ਹੈ, ਪਰਜਾ ਵੀ ਮਨੁੱਖਾ ਜਨਮ ਚ ਹੀ ਹੈ, ਸਾਰਾ ਸੰਸਾਰ ਮਨੁੱਖਾ ਜਨਮ ਚ ਹੈ। ਕਿਉਂਕਿ ਇਹ ਗਿਆਨ ਮਨੁੱਖੇ ਜਨਮ ਨੇ ਹੀ ਆ ਕੇ ਅਸੀਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਸਾਡੇ ਕੋਲ ਸੋਝੀ ਪਾਈ ਪਰਮਾਤਮਾ ਨੇ। ਹੁਣ ਇਹਨੂੰ ਵਿਚਾਰੀਏ ਆਪਾਂ ਵੀ ਇਹ ਗੱਲ ਕੀ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਇਸ ਜਗਤ ਵਿੱਚ, ਸੰਸਾਰ ਵਿੱਚ ਰਾਜਾ ਪਰਜਾ ਸਾਰੇ ਹੀ ਮਾਇਆ ਵਿੱਚ ਵਿਅਸਤ ਨੇ। ਰਾਜਾ ਵੀ ਮਾਇਆ ਵਿੱਚ ਹੈ, ਚਾਹੇ ਉਹ ਅਮੀਰ ਹੈ, ਦੁਨਿਆਵੀ ਸੁੱਖਾਂ ਨੂੰ ਭੋਗ ਰਿਹਾ, ਲੇਕਿਨ ਉਹ ਵੀ ਮਾਇਆ ਵਿੱਚ ਹੈ। ਪਰਜਾ ਜਿਹੜੀ ਹੈ, ਭਾਵੇਂ ਉਹਦੇ ਕੋਲ ਸਾਰੇ ਦੁਨਿਆਵੀ ਸੁੱਖ ਨਹੀਂ ਗੇ, ਸੁਖੀ ਵੀ ਹੋ ਸਕਦੇ, ਦੁਖੀ ਵੀ ਹੋਣੇ ਨੇ, ਲੇਕਿਨ ਉਹ ਵੀ ਮਾਇਆ ਵਿੱਚ ਨੇ। ਗੱਲ ਕੀ, ਸਾਰਾ ਜਗਤ ਹੀ ਮਾਇਆ ਦੇ ਵਿੱਚ ਵਿਅਸਤ ਹੈ।
ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ। ਰਾਜਿਆਂ ਦੇ ਮਹਿਲ ਮਾੜੀਆਂ ਮੰਡਪ ਸ਼ਾਮਿਆਨੇ ਸਭ ਕੁਛ ਮਾਇਆ ਦਾ ਹੀ ਛਲ ਹੈ। ਇਹਨਾਂ ਵਿੱਚ ਵਸਣ ਵਾਲੇ ਲੋਕ ਵੀ ਮਾਇਆ ਦੇ ਵਿੱਚ ਹੀ ਹਨ। ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ। ਮੰਡਪ ਮਾੜੀਆਂ, ਆ ਜਦੋਂ ਮੰਡਪ ਲਾਉਂਦੇ ਨੇ ਸਨਾਤਨੀ ਲੋਕ ਆਪਣੇ ਬੱਚਿਆਂ ਦੀਆਂ ਸ਼ਾਦੀਆਂ ਵਗੈਰਾ ਕਰਦੇ ਨੇ, ਉਹ ਆਪਣੇ ਵਿੱਤ ਦੇ ਹਿਸਾਬ ਦੇ ਨਾਲ ਲਾਉਂਦੇ ਨੇ। ਡੈਕੋਰੇਸ਼ਨ ਦਿਖਾਵਾ ਹੈ, ਇੱਕ ਛਲ ਹੈ, ਮਾਇਆ ਦੇ ਵਿੱਚ ਹੈ। ਇਹਨਾਂ ਵਿੱਚ ਵਸਣ ਵਾਲੇ ਲੋਕ ਵੀ ਮਾਇਆ ਦੇ ਵਿੱਚ ਨੇ, ਕਿਉਂਕਿ ਘਰ ਲੈਣ ਵਾਲੇ ਲੋਕ ਵੀ ਇਹ ਦੇਖ ਕੇ ਲੈਂਦੇ ਨੇ ਵੀ ਘਰ ਸੋਹਣਾ ਹੋਵੇ, ਮੇਰੇ ਵਿੱਤ ਦੇ ਅਕੋਰਡਿੰਗਲੀ ਘਰ ਦੇ ਬਾਹਰ ਆਹ ਚੀਜ਼ ਹੋਵੇ, ਘਰ 'ਚ ਆਹ ਚੀਜ਼ ਹੋਵੇ। ਸਭ ਮਾਇਆ ਹੀ ਹੈ। ਇੱਕ ਸਿੰਪਲ ਢੰਗ ਨਾਲ ਵੀ ਰਿਹਾ ਜਾ ਸਕਦਾ। ਇਹ ਪ੍ਰਵਿਰਤੀ ਉਦੋਂ ਆਏਗੀ ਜਦੋਂ ਆਪਾਂ ਰੱਬ ਦੀ ਭਗਤੀ ਕਰਾਂਗੇ, ਇੱਕ ਅਕਾਲ ਪੁਰਖ ਦੀ ਭਗਤੀ ਕਰਾਂਗੇ। ਫਿਰ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣਹਾਰ। ਪਾਲੋ ਪਾਲੋ ਚਾਂਦੀ ਦੇ ਗਹਿਣੇ, ਪਾਲੋ ਸੋਨੇ ਦੇ ਗਹਿਣੇ। ਸੋਨਾ ਚਾਂਦੀ ਸਭ ਪਦਾਰਥ ਮਾਇਆ ਹੀ ਹੈ, ਔਰ ਪਹਿਨਣ ਵਾਲੇ ਵੀ ਮਾਇਆ ਦੇ ਵਿੱਚ ਨੇ। ਪਾਉਣ ਵਾਲੇ ਵੀ ਮਾਇਆ ਦੇ ਵਿੱਚ। ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ। ਸਰੀਰ ਤੇ ਸੋਹਣੇ ਸੋਹਣੇ ਕੱਪੜੇ ਪਾ ਕੇ ਬੇਅੰਤ ਸੋਹਣਾ ਲੱਗਣਾ, ਇਹ ਸਭ ਮਾਇਆ ਦਾ ਹੀ ਤਮਾਸ਼ਾ ਹੈ, ਹੋਰ ਕੀ ਹੈ। ਜੋ ਜੀਵਾਂ ਨੂੰ ਟੈਂਪਰੇਰੀ ਖੁਸ਼ੀ ਦਿੰਦਾ। ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ। ਸਰੀਰ ਤੇ ਸੋਹਣੇ ਕੱਪੜੇ ਪਾਉਣੇ, ਕੱਪੜੇ ਪਾ ਕੇ ਫਿਰ ਸੋਹਣਾ ਲੱਗਣਾ, ਇਹ ਸਾਰਾ ਮਾਇਆ ਦਾ ਹੀ ਪਸਾਰਾ ਹੈ, ਔਰ ਮਾਇਆ ਦਾ ਹੀ ਤਮਾਸ਼ਾ ਹੈ, ਜੋ ਕੇਵਲ ਜੀਵਾਂ ਨੂੰ ਟੈਂਪਰੇਰੀ ਤੌਰ ਤੇ ਖੁਸ਼ ਕਰਦਾ। ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ। ਇਸਤਰੀ ਮਰਦ ਸਭ ਨਾਸਵੰਤ ਨੇ, ਫਿਰ ਵੀ ਮਾਇਆ ਦੇ ਬੰਧਨਾਂ 'ਚ ਫਸ ਕੇ ਖੱਜਲ ਹੋ ਰਿਹਾ, ਖੱਪ ਹੋਏ ਖਾਰ। ਕੂੜ ਕੂੜੈ ਨੇਹੋਂ ਲੱਗਾ ਵਿਸਰਿਆ ਕਰਤਾਰ। ਮਾਇਆ ਦੇ ਛਲਾਵੇ ਵਿੱਚ ਫਸੇ ਹੋਏ ਜੀਵ ਆਪਸ ਵਿੱਚ ਤਾਂ ਇੱਕ ਮਿੱਕ ਨੇ, ਆਪਸ ਵਿੱਚ ਤਾਂ ਪ੍ਰੇਮ ਕਰਦੇ ਹੈ, ਆਪਸ ਵਿੱਚ ਉਹਨਾਂ ਦੀ ਦੋਸਤੀ ਹੈ। ਸਾਰਿਆਂ ਨੇ ਬੜੇ ਸੋਹਣੇ ਸੋਹਣੇ ਗਰੁੱਪ ਬਣਾ ਕੇ ਬੜਾ ਬੜਾ ਪਿਆਰ ਵੰਡਿਆ, ਬੜਾ ਬੜਾ ਪਿਆਰ ਰੱਖਿਆ, ਆਪਸ ਇੱਕ ਦੂਜੇ ਦੀ ਨਿੱਕੀ ਮੋਟੀ ਮਦਦ ਵੀ ਕਰਦੇ ਆ, ਇਹ ਪਿਆਰ ਹੈ ਉਹਨਾਂ ਦਾ। ਮਾਇਆ ਦੇ ਛਲਾਵੇ 'ਚ ਫਸੇ ਸਾਰੇ ਜੀਵ ਆਪਸ ਵਿੱਚ ਤਾਂ ਪ੍ਰੇਮ ਕਰਦੇ ਆ, ਆਪਸ ਵਿੱਚ ਤਾਂ ਇੱਕ ਮਿੱਕ ਨੇ, ਪਰ ਵਿਸਰਿਆ ਕਰਤਾਰ, ਪਰ ਅਕਾਲ ਪੁਰਖ ਨੂੰ ਵਿਸਾਰ ਚੁੱਕੇ ਨੇ। ਬਾਬੇ ਨਾਨਕ ਦੀ ਬਾਣੀ ਹੈ, ਕੂੜ ਕੂੜੈ ਨੇਹੁ ਲੱਗਾ ਵਿਸਰਿਆ ਕਰਤਾਰ। ਕਿਸ ਨਾਲ ਕੀਚੇ ਦੋਸਤੀ ਸਭ ਜਗ ਚੱਲਣ ਹਾਰ। ਉਹ ਭਾਈ ਦੁਨੀਆ ਦੀ ਹਰ ਚੀਜ਼ ਚਲਾਇਮਾਨ ਹੈ, ਨਾਸ਼ਵੰਤ ਹੈ, ਸੋ ਕਿਸੇ ਨਾਲ ਵੀ ਮੋਹ ਨਹੀਂ ਪਾਉਣਾ ਚਾਹੀਦਾ। ਕਿਸ ਨਾਲ ਕੀਚੇ ਦੋਸਤੀ, ਇਹਦੇ ਨਾਲ ਦੋਸਤੀ ਕਰੀਏ, ਕਿਉਂਕਿ ਸਭ ਚਲਾਇਮਾਨ ਹੈ, ਮੋਹ ਦੇ ਵਿੱਚ ਨਾ ਫਸੀਏ। ਸੁਸਾਇਟੀ ਦੇ ਤੌਰ ਤੇ ਇੱਕ ਦੂਜੇ ਨਾਲ ਸੰਬੰਧ ਬਣਦੇ ਆ, ਪਰ ਇੱਕ ਸੰਬੰਧ ਬਣਨ ਦੇ ਵਿੱਚ ਔਰ ਇੱਕ ਮੋਹ ਪੈਣ ਦੇ ਵਿੱਚ ਬਹੁਤ ਫਰਕ ਹੈ। ਆਪਾਂ ਲੋਕ ਕਈ ਵਾਰੀ ਮੋਹ ਪਾ ਲੈਂਦੇ ਆ, ਕਈ ਵਾਰੀ ਕੀ ਹਮੇਸ਼ਾ ਹੀ ਸੱਚ ਹੀ ਲਿਖਿਆ ਬਾਬੇ ਨਾਲ, ਆਪਾਂ ਮੋਹ ਪਾ ਲੈਂਦੇ। ਕੂੜ ਕੂੜੈ ਨੇਹੁ ਲੱਗਾ ਵਿਸਰਿਆ ਕਰਤਾਰ, ਕਿਉਂਕਿ ਸਾਨੂੰ ਅਕਾਲ ਪੁਰਖ ਯਾਦ ਨਹੀਂ ਹੈ।
इस नाल कीचै दोस्ती सब जग चलनहार, कूड़ मिठा कूड़ माखियो कूड़ डोबे पूर। माया दा जिहड़ा माया इन्नी प्रबल है कि सारे जीवां नूं शहद वांग मिठी लगदी है। माया दा प्रभाव ही इन्ना प्रचंड ही इन्नी है कि ਇਹ शहद वांगर मिठी लगदी है ते पूरां दे पूर जीव इस विच डुबदे जा रहे ने। धड़ा धड़ लोक पूर मतलब ऐन ਵੱਡੇ ਵੱਡੇ ग्रुप ਜਿਹੜੇ ਆ ਵੱਡੇ ਵੱਡੇ ਜਿਹੜੇ ਟੋਲੇ ਨੇ ਉਹ ਇਹ 'ਚ ਡੁੱਬਦੇ ਜਾ ਰਹੇ ਆ ਮਾਇਆ ਦੇ ਵਿੱਚ। ਗੁਰੂ ਨਾਨਕ ਸਾਹਿਬ ਇੱਥੇ ਬੇਨਤੀ ਕਰਦੇ ਆ, ਨਾਨਕ ਵਖਾਣਿਆ ਬੇਨਤੀ ਤੁਧ ਬਾਝ ਕੂੜੋ। ਬੇਨਤੀ ਰੂਪ ਹੋ ਕੇ ਉਹ ਕਹਿੰਦੇ ਆ ਕਿ ਅਕਾਲ ਪੁਰਖ ਤੋਂ ਬਿਨਾ ਮਾਇਆ ਛਲ ਹੀ ਹੈ ਬਸ। ਬੇਨਤੀ ਰੂਪ ਹੋ ਕੇ ਕਹਿੰਦੇ ਤੁਧ ਬਾਝ ਕੂੜੋ ਕੂੜ, ਤੇਰੇ ਤੋਂ ਸਿਵਾਏ ਸਭ ਕੂੜ ਹੀ ਕੂੜ ਹੈ, ਸਭ ਮਾਇਆ ਹੀ ਮਾਇਆ। ਇਸੇ ਕਰਕੇ ਕਿਹਾ ਜਪੋ ਤਾਂ ਏਕੋ ਨਾਮਾ ਅਵਰ ਨਿਰਾ ਫਲ ਕੰਮ। ਇੱਥੇ ਜਿਹੜਾ ਸ਼ਲੋਕ ਹੈ ਕਲੋਜ਼ ਹੋ ਜਾਂਦਾ ਹੈ। ਤੁਧ ਬਾਝ ਕੂੜੋ ਕੂੜ, ਰਿਜ਼ਲਟ ਕੱਢਤਾ ਉਹਨਾਂ ਨੇ ਕਿ ਇੱਕ ਅਕਾਲ ਪੁਰਖ ਦੇ ਬਿਨਾ ਸਭ ਕੂੜ ਹੀ ਕੂੜ ਹੈ। ਆਹ ਰਿਜ਼ਲਟ ਹੈ ਜੀ ਸਾਰੇ ਸ਼ਲੋਕ ਦਾ। ਨਾਨਕ ਵਖਾਣੇ ਬੇਨਤੀ ਤੁਧ ਬਾਝ ਕੂੜੋ ਕੂੜ। ਅੱਗੇ ਚਲੀਏ। ਮਹੱਲਾ ਪਹਿਲਾ। ਸੱਚ ਤਾਂ ਪਰ ਜਾਣੀਐ ਜਾਂ ਹਿਰਦੈ ਸੱਚਾ ਹੋਏ। ਜਦੋਂ ਬੰਦਗੀ ਕਰਦਿਆਂ ਕਰਦਿਆਂ ਹਿਰਦੇ ਵਿੱਚ ਨਾਮ ਦਾ ਪ੍ਰਕਾਸ਼ ਹੋ ਜੇ ਤਾਂ ਹੀ ਉਸ ਅਕਾਲ ਪੁਰਖ ਦੀ ਹੋਂਦ ਦਾ ਅਹਿਸਾਸ ਹੁੰਦਾ ਹੈ। ਸੱਚ ਤਾਂ ਪਰ ਜਾਣੀਏ ਜਾਂ ਹਿਰਦੈ ਸੱਚਾ ਹੋਏ। ਇਹ ਹਿਰਦੈ ਸੱਚਾ ਹੋਣ ਦਾ ਕੀ ਭਾਵ ਹੈ? ਆਪਾਂ ਸਿਰਫ ਭਾਵ ਇਹ ਹੈ ਕਿ ਨਾਮ ਦਾ ਪ੍ਰਕਾਸ਼ ਅੰਦਰ ਪ੍ਰਗਟ ਹੋ ਜੇ। ਸਤਿਗੁਰੂ ਸਾਰਿਆਂ ਦੇ ਅੰਦਰ ਹੈ, ਪਰ ਉਹਦੀ ਹੋਂਦ ਦਾ ਅਹਿਸਾਸ ਤਾਂ ਹੁੰਦਾ ਹੈ ਜਦੋਂ ਨਾਮ ਦਾ ਪ੍ਰਕਾਸ਼ ਹੋ ਜੇ। ਨਾਮ ਦਾ ਪ੍ਰਕਾਸ਼ ਕੀ ਹੈ? ਅੰਦਰੋਂ ਜਿਨ ਕਾ ਮੋਹ ਟੁੱਟਾ ਸ਼ਬਦ ਸੱਚੇ ਸਵਾਰਿਆ। ਬਸ ਇਹ ਜਿਹੜਾ ਮੋਹ ਹੈ, ਜਿਹੜਾ ਆਪਾਂ ਪਿਛਲੇ ਸ਼ਲੋਕ 'ਚ ਸਾਰਾ ਕੁਝ ਬਾਬੇ ਨਾਨਕ ਨੇ ਕੂੜ ਕਹਿਤਾ, ਆਹ ਕੂੜ ਚੋਂ ਆਪਾਂ ਬਾਹਰ ਆਉਣਾ। ਇਸ ਚੀਜ਼ ਨੂੰ ਆਪਾਂ ਅਡਾਪਟ ਕਰਨਾ ਹੈ। ਤੁਧ ਬਾਝ ਕੂੜੋ ਕੂੜ, ਨਾਨਕ ਵਖਾਣੈ ਬੇਨਤੀ ਤੁਧ ਬਾਝ ਕੂੜੋ ਕੂੜ। ਮਹੱਲਾ ਪਹਿਲਾ। ਸੱਚ ਤਾਂ ਪਰ ਜਾਣੀਏ ਜਾਂ ਹਿਰਦੈ ਸੱਚਾ ਹੋਏ। ਮਾਇਆ ਦੇ ਨਾਲ ਅਟੈਚ ਨਾ ਹੋਈਏ, ਮੋਹ ਨਾ ਪਾਈਏ। ਬੰਦਗੀ ਕਰਦਿਆਂ ਕਰਦਿਆਂ ਹਿਰਦੇ ਦੇ ਵਿੱਚ ਨਾਮ ਦਾ ਪ੍ਰਕਾਸ਼ ਹੋ ਜੇ ਤੇ ਸਤਿਗੁਰੂ ਦੀ ਹੋਂਦ ਦਾ ਅਹਿਸਾਸ ਹੁੰਦਾ ਹੈ। ਕੂੜ ਕੀ ਮਲ ਉਤਰੈ ਤਨ ਕਰੇ ਹੱਛਾ ਧੋਏ। ਨਾਮ ਅਭਿਆਸੀ ਜਦੋਂ ਨਾਮ ਜਪ ਜਪ ਕੇ ਮਾਇਆ ਦੇ ਪ੍ਰਭਾਵ ਤੋਂ ਸੁਰਖਰੂ ਹੁੰਦੇ ਨੇ ਤਾਂ ਉਹਨਾਂ ਦੇ ਜਿਹੜੇ ਕਰਮ ਇੰਦਰੀ ਹੈ ਉਹ ਬੁਰੇ ਪਾਸੇ ਤੋਂ ਪੂਰਨ ਤੌਰ ਤੇ ਪਾਸਾ ਵੱਟ ਲੈਂਦੇ ਆ, ਹਟ ਜਾਂਦੇ ਆ। ਇਸ ਤਰ੍ਹਾਂ ਜਿਵੇਂ ਫॉर एग्जांपल ਕਿ ਸਰੀਰ ਧੁੱਪ ਕੇ ਸਾਫ਼ ਹੋ ਗਿਆ, ਸਰੀਰ ਨਹਾ ਧਵਾ ਕੇ ਬਿਲਕੁਲ ਸਾਫ਼ ਹੋ ਗਿਆ, ਏਦਾਂ ਅੰਦਰੋਂ ਮਨ ਜਿਹੜੀ ਹੈ ਫੀਲਿੰਗ, ਜਿਹੜਾ ਅਹਿਸਾਸ ਹੋਣਾ। ਨਾਮ ਅਭਿਆਸੀ ਜਦੋਂ ਨਾਮ ਜਪ ਜਪ ਕੇ ਭਗਤੀ ਕਰ ਕਰਕੇ
ਮਾਇਆ ਦੇ ਪ੍ਰਭਾਵ ਤੋਂ ਪੂਰੀ ਤਰ੍ਹਾਂ ਸੁਰਖਰੂ ਹੋ ਜਾਂਦੇ ਹੈ। ਉਹਨਾਂ ਦੇ ਜਿਹੜੇ ਕਰਮ ਇੰਦਰੇ ਆ, ਉਹਨਾਂ ਦੇ ਜਿਹੜੇ ਵਿਚਾਰ ਨੇ, ਉਹ ਬੁਰੇ ਪਾਸਿਓਂ ਪੂਰਨ ਤੌਰ ਤੇ ਹਟ ਜਾਂਦੇ ਆ। ਏਦਾਂ ਜਿਵੇਂ ਜਿਵੇਂ ਆਪਾਂ ਸਰੀਰ ਨੂੰ ਧੋ ਕੇ ਸਾਫ਼ ਕਰੀਏ, ਕੂੜ ਕੀ ਮਲ ਉਤਰੇ ਤਨ ਕਰੇ ਹੱਛਾ ਧੋਏ। ਸੱਚ ਤਾਂ ਪਰ ਜਾਣੀਐ ਜਾਂ ਸੱਚ ਧਰੇ ਪਿਆਰ। ਪ੍ਰਭੂ ਦੀ ਹੋਂਦ ਦਾ ਅਹਿਸਾਸ ਉਦੋਂ ਹੀ ਹੁੰਦਾ ਜਦੋਂ ਅਸੀਂ ਪ੍ਰੇਮਾ ਭਗਤੀ ਚ ਲੀਨ ਹੋ ਜਾਂਦੇ ਆ। ਨਾਉ ਸੁਣ ਮਨ ਰਹਿਸੀਏ ਤਾਂ ਪਾਏ ਮੋਖ ਦੁਆਰ। ਨਾਮ ਜਪਦਿਆਂ ਜਪਦਿਆਂ ਜਦੋਂ ਸੁਰਤ ਜਿਹੜੀ ਹੈ ਉਹ ਸ਼ਬਦ ਨੂੰ ਸੁਣਨ ਤੱਕ ਪਹੁੰਚ ਜਾਂਦੀ ਹੈ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰ ਧਵਲ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹਿ ਨ ਸਕੈ ਕਾਲ। ਇਹ ਕਲਾ ਜਿਹੜੀ ਹੈ ਇਹ ਬਾਹਰ ਗੁਰਬਾਣੀ ਕੀਰਤਨ ਸੁਣ ਕੇ ਨਹੀਂ ਵਰਤੇਗੀ। ਸੁਣਿਆ ਪੋਹਿ ਨ ਸਕੈ ਕਾਲ, ਇਹ ਸੁਣਨਾ ਸੁਰਤੀ ਦਾ ਸੁਣਨਾ ਹੈ। ਜਦੋਂ ਅਕਾਲ ਪੁਰਖ ਦੀ ਹੋਂਦ ਦਾ ਅਹਿਸਾਸ ਹੁੰਦਾ ਹੈ, ਬੰਦਾ ਪ੍ਰੇਮਾ ਭਗਤੀ ਚ ਲੀਨ ਹੋ ਜਾਂਦਾ ਤੇ ਨਾਮ ਜਪਦਿਆਂ ਜਪਦਿਆਂ ਜਿਹੜੀ ਸੁਰਤ ਹੈ ਉਹ ਸ਼ਬਦ ਨੂੰ ਸੁਣਨ ਤੱਕ ਪਹੁੰਚ ਜਾਂਦੀ ਹੈ, ਤਾਂ ਮਨ ਦਾ ਟਿਕਾ ਹੋ ਜਾਂਦਾ ਹੈ। ਇਹ ਹੈ ਜੁਗਤ, ਇਹ ਹੈ ਤਰੀਕਾ, ਇਹ ਹੈ ਟੈਕਨੀਕ। ਮਨ ਦਾ ਟਿਕਾ ਹੋ ਜਾਂਦਾ ਹੈ ਤੇ ਮੁਕਤ ਪਦਾਰਥ ਦੀ ਪ੍ਰਾਪਤੀ ਹੁੰਦੀ ਹੈ। ਨਾਉ ਸੁਣ ਮਨ ਰਹਿਸੀਏ ਤਾਂ ਪਾਏ ਮੋਖ ਦੁਆਰ। ਮੁਕਤ ਪਦਾਰਥ, ਮੋਖ ਦੁਆਰ ਦੀ ਪ੍ਰਾਪਤੀ। ਸੱਚ ਤਾਂ ਪਰ ਜਾਣੀਏ ਜਦ ਜੁਗਤ ਜਾਣੇ ਜੀਓ। ਧਰਤ ਕਾਇਆ ਸਾਧ ਕੈ ਵਿੱਚ ਦੇ ਕਰਤਾ ਬੀਓ। ਹੁਣ ਅਕਾਲ ਪੁਰਖ ਦਾ ਅਹਿਸਾਸ ਉਦੋਂ ਹੋਏਗਾ ਜਦੋਂ ਅਸੀਂ ਨਾਮ ਜਪਣ ਦੀ ਜੁਗਤੀ ਨੂੰ ਪੂਰੀ ਤਰ੍ਹਾਂ ਅਪਣਾ ਲਾਂਗੇ। ਉਹਦੇ ਵਿੱਚ ਹੀ ਭਰੋਸਾ, ਉਹਦੇ ਵਿੱਚ ਹੀ ਇੱਕ ਅਕਾਲ ਪੁਰਖ ਨੂੰ ਮੰਨਣਾ, ਉਹਦੇ ਵਿੱਚ ਹੀ ਇੱਕ ਅਕਾਲ ਪੁਰਖ ਦੇ ਨਾਲ ਕਮਿਟਮੈਂਟ, ਉਸ ਦੇ ਵਿੱਚ ਹੀ ਇੱਕ ਅਕਾਲ ਪੁਰਖ ਦੇ ਸ਼ਬਦ ਦਾ ਅਭਿਆਸ, ਸ਼ਬਦ ਦਾ ਜਪਣਾ। ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ। ਧਰਤ ਕਾਇਆ ਸਾਧ ਕੈ ਵਿੱਚ ਦੇ ਕਰਤਾ ਬੀਓ। ਫਿਰ ਕਰਮ ਇੰਦਰੀਆਂ ਤੇ ਨਿਯੰਤਰਣ ਕਰਕੇ, ਕੰਟਰੋਲ ਕਰਕੇ ਕਾਇਆ ਰੂਪੀ ਧਰਤੀ ਦੇ ਵਿੱਚ ਨਾਮ ਦਾ ਬੀਜ ਬੀਜਾਂਗੇ। ਹੋਰ ਹਟਣਾ ਨਹੀਂ ਉਥੋਂ। ਸੱਚ ਜੇ ਗੁਰ ਫਰਮਾਇਆ ਕਿਵੇਂ ਤੁਮ ਬੋਲੂ ਹਟੀਐ। ਭਗਤੀ ਵਾਲੇ ਪਾਸਿਓਂ ਨਹੀਂ ਹਟਣਾ। ਸੱਚ ਤਾਂ ਪਰ ਜਾਣੀਐ ਜਾਂ ਸਿੱਖ ਸੱਚੀ ਲੈ। ਪ੍ਰਭੂ ਦਾ ਅਹਿਸਾਸ ਤਾਂ ਹੀ ਹੋਵੇਗਾ ਜਦੋਂ ਦੀਖਿਤ ਹੋ ਕੇ ਨਾਮ ਜਪਾਂਗੇ। ਕਿਉਂਕਿ ਨਿਗੁਰੇ ਕਾ ਹੈ ਨਾਉ ਬੁਰਾ। ਪੰਜ ਸਿੰਘਾਂ ਤੋਂ ਦੀਖਿਆ ਲੈਣੀ ਪੈਣੀ ਹੈ, ਗੁਰੂ ਵਾਲੇ ਬਣਨਾ ਪੈਣਾ। ਉਸ ਤੋਂ ਬਿਨਾਂ ਗਤੀ ਨਹੀਂ ਹੈ। ਭਗਤੀ ਕਰ ਲੋ ਪ੍ਰਵਾਨ ਹੈ, ਲੇਕਿਨ ਗਤੀ ਨਹੀਂ ਹੈ ਉਸ ਤੋਂ ਬਿਨਾਂ। ਸੋ ਅਕਾਲ ਪੁਰਖ ਦਾ ਅਹਿਸਾਸ ਦੀ ਗੱਲ ਆਪਾਂ ਕਰ ਰਹੇ ਸੀ। ਉਹਦੇ ਲਈ ਦੀਖਿਤ ਹੋਣਾ ਪਏਗਾ, ਖੰਡੇ ਬਾਟੇ ਦੀ ਪੌਲ ਲੈਣੀ ਪਏਗੀ, ਗੁਰੂ ਵਾਲੇ ਬਣਨਾ ਹੀ ਪੈਣਾ। ਨਾਮ ਜਪਣਾ ਹੀ ਪੈਣਾ। ਦਇਆ ਜਾਣੇ ਜੀ ਕੀ ਕਿਛ ਪੁੰਨ ਦਾ। ਹੁਣ ਇਹ ਕਹਿ ਦਿੰਦੇ ਆ ਜੀ ਇਹ ਕਿੱਥੇ ਲਿਖਿਆ ਜੀ, ਜਿੱਦਾਂ ਸੋ ਕਾਲਡ ਲਫ਼ਜ਼ ਯੂਜ਼ ਕਰਦੇ ਆ। ਅਸੀਂ ਤੇ ਕਹਿੰਦੇ ਆ ਦੀਖਿਆ ਲੈਣੀ ਜਾਂ ਖੰਡੇ ਬਾਟੇ ਦੀ ਪੌਲ ਲੈਣੀ। ਬਾਬਾ ਨਾਨਕ ਕਹਿ ਰਿਹਾ ਸਿੱਖ ਸੱਚੀ ਲੈ। ਸਿੱਖ ਸੱਚੀ ਲੈ ਭਾਵ ਗੁਰੂ ਵਾਲੇ ਬਣਨਾ ਪੈਣਾ। ਸੱਚ ਤਾਂ ਪਰ ਜਾਣੀਆਂ ਜਾਂ ਸਿੱਖ ਸੱਚੀ ਲੈ। ਗਿਆਨ ਵੀ ਹਾਸਲ ਕਰਨਾ ਪੈਣਾ, ਦੀਖਿਆ ਵੀ ਲੈਣੀ ਪੈਣੀ ਹੈ,
ਭਗਤੀ ਵੀ ਕਰਨੀ ਪੈਣੀ ਹੈ। ਇਹੀ ਸੱਚੀ ਸਿੱਖ ਹੈ, ਇਹੀ ਸੱਚੀ ਸਿੱਖਿਆ ਹੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਅੱਜ ਕੱਲ੍ਹ ਬੋਲੀ ਹਿੰਦੀ ਦਾ ਵਰਡ ਹੈ ਸਿੱਖਿਆ ਵੀ ਕਹਿ ਦਿੰਦੇ, ਸਿੱਖਿਆ, ਸਿੱਖਿਆ ਨੂੰ ਪੰਜਾਬੀ ਚ ਕਹਿੰਦੇ। ਫਿਰ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ, ਦੀਖਿਤ ਵੀ ਹੋ ਗਏ, ਗੁਰੂ ਵਾਲੇ ਵੀ ਬਣ ਗਏ, ਅਕਾਲ ਪੁਰਖ ਦੀ ਹੋਂਦ ਦਾ ਅਹਿਸਾਸ ਵੀ ਹੋ ਗਿਆ, ਨਾਮ ਵੀ ਜਪਣਾ ਆਰੰਭ ਕਰਤਾ, ਪਰ ਉਹਦੇ ਲਈ ਫਿਰ ਗੁਣ ਧਾਰਨ ਕਰਨੇ ਪੈਣੇ ਆ। ਸਾਰੇ ਜੀਵਾਂ ਤੇ ਦਇਆ ਕਰਨ ਦਾ ਗੁਣ ਸਭ ਤੋਂ ਪਹਿਲਾਂ ਆ ਗਿਆ। ਹੁਣ ਜਿਹੜੇ ਕਹਿੰਦੇ ਆ ਵੀ ਮਾਸ ਖਾਣਾ, ਮੱਛੀ ਖਾਣਾ ਠੀਕ ਹੈ, ਇਹ ਉਹਨਾਂ ਵਾਸਤੇ ਬਾਬੇ ਨਾਨਕ ਦਾ ਸੰਦੇਸ਼ ਹੈ, ਦਇਆ ਜਾਣੇ ਜੀ ਕੀ। ਫਿਰ ਉਹ ਦਇਆ ਕਿੱਥੇ ਹੋਈ? ਜਦੋਂ ਤੁਸੀਂ ਉਹ ਡੈਡ ਬੋਡੀ ਨੂੰ ਚਿੱਥ ਕੇ ਖਾਣਾ, ਲਗਾਉਣਾ ਅੰਦਰ, ਕਿੱਥੇ ਦਇਆ ਤੁਹਾਡੇ ਚ? ਇਹ ਖੋਲਾਂਗੇ ਆਪਾਂ ਅੱਗੇ ਜਾ ਕੇ, ਜਿਹੜਾ ਸ਼ਬਦ ਪੜ੍ਹ ਦਿੰਦੇ ਜੀ, ਮਾਸ ਕਰ ਮੂਰਖ ਝਗੜੇ, ਉਹ ਹੋਰ ਹੀ ਲਈ ਫਿਰਦੇ ਆ ਉਹਦਾ ਮੀਨਿੰਗ। ਗੁਰੂ ਸਾਹਿਬਾਂ ਨੇ ਦਇਆ ਨੂੰ ਸਭ ਤੋਂ ਉੱਤਮ ਮੰਨਿਆ। ਆਪਾਂ ਜਪ ਬਾਣੀ ਚ ਪੜ੍ਹ ਕੇ ਵੀ ਆਏ ਆ, ਧਰਮੀ ਬਣਨਾ ਤੇ ਸਭ ਤੋਂ ਪਹਿਲਾ ਕੰਮ ਹੀ ਦਇਆ ਦਾ ਹੈ। ਜੇ ਦਇਆ ਨਹੀਂ ਹੈ ਤੇ ਕਾਹਦੇ ਧਰਮੀ ਆ ਅਸੀਂ? ਕਮਾਲ ਹੈ, ਐਸੇ ਐਸੇ ਵਿਚਾਰ, ਐਸਾ ਢੂਚਕਾਂ ਮਾਰੀਆਂ ਨੇ ਵਿੱਚ ਬਈ, ਕਹਿੰਦੇ ਜੀ ਮਾਸ ਖਾ ਲਿਆ ਕਰੋ ਜੀ, ਸਿਹਤ ਲਈ ਠੀਕ ਹੈ। ਆ ਕਿੱਥੇ ਤੋਂ ਇਹਦੀ ਵੈਲਿਊ ਕਿੱਥੇ ਹੈ ਗੁਰਬਾਣੀ ਦੀ? ਫਿਰ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ, ਜੀ ਦਇਆ ਕਿੱਥੇ ਹੈ? ਜੀ ਦਇਆ ਪ੍ਰਵਾਨ ਕੀਤੀ ਹੈ ਵਾਹਿਗੁਰੂ ਨੇ, ਅਕਾਲ ਪੁਰਖ ਨੇ। ਸਾਰੇ ਜੀਵਾਂ ਤੇ ਦਇਆ ਕਰੋ ਔਰ ਲੋੜਵੰਦਾਂ ਨੂੰ ਵਿੱਤ ਅਨੁਸਾਰ ਦਾਨ ਪੁੰਨ ਵੀ ਕਰੋ। ਇਹ ਚੰਗੇ ਗੁਣ ਨੇ, ਮਾੜੇ ਨਹੀਂ ਹੈ, ਚੰਗੇ ਗੁਣ ਨੇ। ਆਪ ਰੱਜ ਕੇ ਦੂਸਰੇ ਨੂੰ ਰਜਾਉਣਾ ਕੋਈ ਮਾੜੀ ਗੱਲ ਨਹੀਂ ਹੈ। ਬੜੀ ਬੜੀ ਵੱਡੀ ਗੱਲ ਬਾਬੇ ਨਾਨਕ ਨੇ ਕਹੀ ਹੈ, ਦਇਆ ਜਾਣੇ ਜੀ ਕੀ। ਇਹ ਸਾਰੇ ਉਹਦਾ ਤੇ ਰੂਪ ਨੇ। ਸੋ ਜੀ ਦੇ ਉੱਤੇ ਅਸੀਂ ਦਇਆ ਨਹੀਂ ਕਰਦੇ, ਅਸੀਂ ਕਿੱਧਰੋਂ ਅਸੀਂ ਬਣ ਗਏ ਜੀ ਨਿਹੰਗ ਸਿੰਘ, ਜੀ ਬਾਣੇ ਵਾਲੇ ਸਿੰਘ, ਪੁਰਾਣੀਆਂ ਰਹੁ ਰੀਤਾਂ ਨੂੰ ਸੰਭਾਲੀ ਬੈਠੇ ਆ, ਬੱਕਰੇ ਉੱਥੇ ਚਟਕਾਈ ਜਾਂਦੇ ਆ। ਜੀ ਦੇ ਉੱਤੇ ਦਇਆ ਹੀ ਨਹੀਂ। ਜੇ ਦਇਆ ਹੋਏਗੀ ਤੇ ਫੇਰ ਪੁੰਨਦਾਨ ਹੋਏਗਾ, ਜੇ ਦਇਆ ਹੀ ਨਹੀਂ ਅੰਦਰ ਹੋਏਗੀ, ਪੁੰਨਦਾਨ ਕਿੱਥੋਂ ਕਰ ਲੂ ਬੰਦਾ? ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ। ਵਾਹਿਗੁਰੂ ਵਾਹਿਗੁਰੂ। ਜਦੋਂ ਬੰਦਗੀ ਕਰਦਿਆਂ ਸ਼ਬਦ ਰੂਪੀ ਇਸ਼ਨਾਨ ਉਪਰੰਤ ਆਤਮ ਤੀਰਥ, ਬੰਦਗੀ ਕਰਦਿਆਂ ਸ਼ਬਦ ਰੂਪੀ ਇਸ਼ਨਾਨ ਉਪਰੰਤ ਮਨ ਦਾ ਜਦੋਂ ਟਿਕਾ ਹੋ ਜਾਂਦਾ ਹੈ, ਤਾਂ ਉਸ ਅਕਾਲ ਪੁਰਖ ਦੀ ਹੋਂਦ ਦਾ ਪਤਾ ਲੱਗਦਾ ਹੈ, ਅਹਿਸਾਸ ਹੁੰਦਾ ਹੈ। ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ। ਆਤਮ ਤੀਰਥ ਹੈ ਆਪਣੇ ਅੰਦਰ ਦਾ ਤੀਰਥ। ਇਹ ਸਰੀਰ ਸਰਵਰ ਹੈ ਸੰਤ ਹੋ, ਇਸ਼ਨਾਨ ਕਰੋ ਲਿਵ ਲਾਏ। ਲਿਵ ਕਿਦਾਂ ਲੱਗਣੀ ਹੈ? ਆਖ ਰਹੇ ਲਿਵ ਲਾਏ। ਬਾਣੀ ਨੂੰ ਬਾਣੀ ਨਾਲ ਖੋਲਣ ਦਾ ਯਤਨ ਕਰੋ। ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ। ਸਤਿਗੁਰੂ ਦਾ ਉਪਦੇਸ਼ ਲੈ ਕੇ, ਭਾਵ ਦੀਖਿਤ ਹੋ ਕੇ, ਜਾਂ ਜਿਹੜਾ ਸੋ ਕਾਲਡ ਲਫ਼ਜ਼ ਯੂਜ਼ ਕਰਦੇ ਨੇ, ਅੰਮ੍ਰਿਤ ਛਕ ਕੇ, ਗੁਰੂ ਵਾਲੇ ਬਣ ਕੇ, ਸਤਿਗੁਰੂ ਦਾ ਉਪਦੇਸ਼ ਲੈ ਕੇ, ਭਾਵ ਦੀਖਿਤ ਹੋ ਕੇ ਨਾਮ ਜਪੇ, ਤਾਂ ਹੀ ਮਨ ਦਾ ਟਿਕਾ ਹੋਏਗਾ, ਤਾਂ ਮਨ ਅੰਤਰਮੁਖੀ ਰਹੇਗਾ, ਬਾਹਰ ਨਹੀਂ ਜਾਏਗਾ। ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ, ਤਾਂ ਮਨ ਆਪਣੇ ਨਿੱਜ ਘਰ ਦੇ ਵਿੱਚ ਬੈਠੇਗਾ, ਰਵੇਗਾ, ਉੱਥੇ ਨਿਵਾਸ ਕਰੇਗਾ। ਸਤਿਗੁਰੂ ਨੂੰ ਪੁੱਛ ਕੇ।
ਸਤਿਗੁਰੂ ਨੂੰ ਪੁੱਛਣ ਦਾ ਮਤਲਬ ਸਤਿਗੁਰੂ ਗੁਰੂ ਵਾਲੇ ਬਣਨਾ, ਦੈਟਸ ਇਟ। ਪੰਜਾਂ ਸਿੰਘਾਂ ਤੋਂ ਦੀਖਿਤ ਹੋਣਾ, ਖੰਡੇ ਬਾਟੇ ਦੀ ਪੌਲ ਲੈਣੀ, ਦੈਟ ਇਜ਼ ਆਲ, ਖਤਮ। ਇਹ ਕਰਨਾ ਹੀ ਪੈਣਾ ਕੰਮ। ਸੱਚ ਸਭ ਨਾ ਹੋਏ ਦਾਰੂ, ਪਾਪ ਕੱਢੈ ਧੋਏ। ਬੰਦੇ ਦੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਕੇਵਲ ਨਾਮ ਹੈ। ਸੱਚ ਸਭ ਨਾ ਹੋਏ ਦਾਰੂ, ਭਾਵ ਨਾਮ ਜਪਣ ਵਾਲਾ ਹੀ ਵਿਕਾਰਾਂ ਤੋਂ ਮੁਕਤ ਹੋ ਸਕਦਾ ਹੈ। ਪਾਪ ਕੱਢੈ ਧੋਏ, ਜਿਹੜਾ ਨਾਮ ਜਪਣ ਵਾਲਾ ਹੋਏਗਾ ਉਹੀ ਵਿਕਾਰਾਂ ਤੋਂ ਮੁਕਤ ਹੋਏਗਾ। ਅਦਰਵਾਈਜ਼ ਤੁਸੀਂ ਗੁਰੂ ਵਾਲੇ ਬਣ ਕੇ ਵੀ ਮਾੜੇ ਤੋਂ ਮਾੜਾ ਕੁਕਰਮ ਕਰ ਸਕਦੇ ਆ। ਮਨ ਦਾ ਕੋਈ ਭਰੋਸਾ ਨਹੀਂ, ਕੋਈ ਭਰੋਸਾ ਨਹੀਂ ਮਨ ਦਾ। ਸੱਚ ਸਭ ਨਾ ਹੋਏ ਦਾਰੂ, ਪਾਪ ਕੱਢੈ ਧੋਏ। ਸਾਰੀਆਂ ਬਿਮਾਰੀਆਂ ਦਾ, ਸਾਰੇ ਵਿਕਾਰਾਂ ਦਾ ਇਲਾਜ ਕੇਵਲ ਨਾਮ ਹੈ। ਨਾਮ ਜਪਣ ਵਾਲਾ ਹੀ ਵਿਕਾਰਾਂ ਤੋਂ ਮੁਕਤ ਹੋ ਸਕਦਾ। ਬਾਬਾ ਨਾਨਕ ਫੇਰ ਸਮਝਾਉਂਦੇ ਆ, ਨਾਨਕ ਵਖਾਣੇ ਬੇਨਤੀ, ਫੇਰ ਬੇਨਤੀ ਰੂਪ ਹੋ ਕੇ, ਜਿਨ ਸੱਚ ਪੱਲੇ ਹੋਏ। ਜੋ ਵੀ ਬੇਨਤੀ ਰੂਪ ਹੋ ਕੇ ਨਾਮ ਜਪੇਗਾ, ਗਰੀਬੀ ਚ ਰਹਿ ਕੇ ਨਾਮ ਜਪੇਗਾ, ਉਹਦੇ ਪੱਲੇ ਹੀ ਨਾਮ ਧਨ ਹੋਏਗਾ। ਜਿਨ ਸੱਚ ਪੱਲੇ ਹੋਏ, ਨਾਨਕ ਵਖਾਣੇ ਬੇਨਤੀ, ਜਿਨ ਸੱਚ ਪੱਲੇ ਹੋਏ। ਵਾਹ ਬਾਬਾ ਨਾਨਕ, ਧੰਨ ਗੁਰੂ ਨਾਨਕ। ਕੈਸਾ ਅਵੱਲਾ ਗਿਆਨ ਸਾਨੂੰ ਰਚ ਕੇ ਦਿੱਤਾ ਬਾਬੇ ਨਾਨਕ। ਇੱਕ ਪੌੜੀ ਕਾਫੀ ਹੈ ਮਨ ਨੂੰ ਸਮਝਾਉਣ ਵਾਸਤੇ, ਨਾਮ ਜਪਣ ਦੀ ਪ੍ਰੇਰਨਾ ਲੈਣ ਵਾਸਤੇ, ਮਾਇਆ ਦੇ ਪ੍ਰਭਾਵ ਤੋਂ ਪਰੇ ਜਾਣ ਵਾਸਤੇ। ਕਿੰਨਾ ਗਿਆਨ ਬਾਬੇ ਨਾਨਕ ਨੇ ਵੰਡਤਾ। ਹੋਰ ਅੱਗੇ ਚੱਲੀਏ, ਇੱਥੇ ਦੂਸਰਾ ਸ਼ਲੋਕ ਜਿਹੜਾ ਸੀ ਉਹ ਕਲੋਜ਼ ਹੋ ਗਿਆ, ਮਹੱਲਾ ਪਹਿਲਾ। ਅੱਗੇ ਹੁਣ ਪੌੜੀ ਵਾਲੇ ਪਾਸੇ ਚੱਲੀਏ ਆਪਾਂ। ਪੌੜੀ ਕੀ ਕਹਿੰਦੀ? ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਏ। ਜੇ ਕਰਤੇ ਪੁਰਖ ਪਾਸੋਂ ਮਨ ਦੀ ਗਰੀਬੀ, ਅੰਦਰਲੀ ਗਰੀਬੀ ਜਿਹੜੀ ਹੈ, ਉਸ ਗਰੀਬੀ ਚ ਰਹਿਣ ਦਾ ਵਰਦਾਨ ਮਿਲ ਜੇ, ਤਾਂ ਹੀ ਮੈਂ ਬੇਨਤੀ ਰੂਪ ਹੋ ਕੇ ਤੇਰੀ ਬੰਦਗੀ ਕਰ ਸਕਦਾ। ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਏ। ਇਹ ਬਾਹਰਲੀ ਖਾਕ ਨਹੀਂ ਹੈ, ਇਹ ਮਨ ਦੀ ਗਰੀਬੀ ਚ ਰਹਿਣ ਦਾ ਵਰਦਾਨ ਇਹਨੂੰ ਕਹਿੰਦੇ ਆ। ਗਰੀਬੀ ਖਾਕ ਤਾਂ ਲਿਖਿਆ ਕਿ ਨੀਵੇਂ ਤੋਂ ਨੀਵਾਂ। ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਏ। ਇਹਦਾ ਜਿਹੜਾ ਭਾਵ ਮੈਂ ਸਿਰਫ ਕੱਢ ਕੇ ਦੱਸ ਰਿਹਾ ਕਿ ਜੇ ਕਰਤੇ ਪੁਰਖ ਪਾਸੋਂ ਮਨ ਦੀ ਗਰੀਬੀ ਚ ਰਹਿਣ ਦਾ ਵਰਦਾਨ ਮਿਲ ਜੇ, ਤਾਂ ਹੀ ਬੇਨਤੀ ਰੂਪ ਹੋ ਕੇ ਤੇਰੀ ਬੰਦਗੀ ਕਰ ਸਕਦਾ। ਕੂੜਾ ਲਾਲਚ ਛੱਡੀਐ, ਹੋਏ ਇੱਕ ਮਨ ਅਲਖ ਧਿਆਈਐ। ਹੋਰ ਲਾਲਚ ਜਿਹੜੇ ਮਾਇਆ ਚ ਫਸਾ ਦਿੰਦੇ ਆ ਬੰਦੇ ਨੂੰ, ਉਹਨਾਂ ਨੂੰ ਛੱਡ ਕੇ ਮਨ ਚਿਤ ਲਾ ਕੇ ਇੱਕ ਅਕਾਲ ਪੁਰਖ ਦੀ ਬੰਦਗੀ ਕਰਨੀ ਚਾਹੀਦੀ ਹੈ। ਫਲ ਤੇ ਵੇਹੋ ਪਾਈਐ, ਜੇ ਵੇਹੀ ਕਾਰ ਕਮਾਈਐ। ਜੋ ਬੀਜੋਗੇ ਸੋ ਵੱਢੋਗੇ। ਫਲ ਤੇ ਵੇਹੋ ਪਾਈਐ, ਜੇ ਵੇਹੀ ਕਾਰ ਕਮਾਈਐ। ਜਿੱਦਾਂ ਦੀ ਕਾਰ ਕਰਾਂਗੇ ਉਦਾਂ ਦਾ ਫਲ ਮਿਲੇਗਾ। ਜੇ ਹੋਵੇ ਪੂਰਬ ਲਿਖਿਆ, ਤਾਂ ਧੂੜ ਤਿੰਨਾਂ ਦੀ ਪਾਈ ਹੈ। ਜੇ ਪੂਰਬਲੇ ਕਰਮ ਚੰਗੇ ਹੋਣ, ਤਾਂ ਬੇਨਤੀ ਰੂਪ ਹੋ ਕੇ ਉੱਚੀ ਬਿਰਤੀ ਵਾਲੇ ਭਗਤਾਂ ਦੇ ਪਾਏ ਪੂਰਨਿਆਂ ਤੇ ਚੱਲ ਸਕੀਦਾ। ਜੇ ਹੋਵੇ ਪੂਰਬ ਲਿਖਿਆ, ਤਾਂ ਧੂੜ ਤਿੰਨਾਂ ਦੀ ਪਾਈ ਹੈ। ਤਿੰਨਾਂ ਦੀ ਧੂੜ ਪਾਉਣ ਦਾ ਮਤਲਬ ਹੈ ਉਹਨਾਂ ਦੇ ਪੈਰ 'ਚ ਪੈਰ ਰੱਖਣਾ, ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ। ਬਾਬਾ ਨਾਨਕ
ਇਹ ਗਿਆਨ ਦੇ ਰਿਹਾ। ਜੇ ਹੋਵੇ ਪੂਰਬ ਲਿਖਿਆ, ਇਹ ਵੀ ਪੂਰਬਲੇ ਕਰਮ ਹੁੰਦੇ ਨੇ ਜਿਹੜੇ ਤੁਹਾਨੂੰ ਚੰਗੇ ਪਿਆਰਿਆਂ ਦੀ ਸੰਗਤ ਬਖਸ਼ ਦਿੰਦੇ ਆ ਤੇ ਤੁਸੀਂ ਉਹਨਾਂ ਪਿਆਰਿਆਂ ਵਾਂਗਰ ਆਪਣਾ ਜੀਵਨ ਜਿਉਣਾ ਸ਼ੁਰੂ ਕਰਦੇ ਹੋ। ਤਾਂ ਧੂੜ ਤਿੰਨਾਂ ਦੀ ਪਾਈ ਹੈ। ਇਹ ਨਹੀਂ ਹੈ ਵੀ ਫਿਜ਼ੀਕਲੀ ਧੂੜ ਦੀ ਗੱਲ ਕੀਤੀ ਹੈ, ਇਹ ਸਪਿਰਿਚੁਅਲ ਡਸਟ ਹੈ। ਉਹਦਾ ਮਤਲਬ ਕਿ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ, ਉਹਨਾਂ ਦੀਆਂ ਦੱਸੀਆਂ ਗੱਲਾਂ ਨੂੰ ਅਮਲ 'ਚ ਲੈ ਕੇ ਆਉਣਾ, ਉਹਨਾਂ ਦੇ ਪੈਰ 'ਚ ਪੈਰ ਰੱਖਣਾ। ਮਤ ਥੋੜੀ ਸੇਵ ਗਵਾਈ ਹੈ। ਇਹ ਵਾਹਿਗੁਰੂ, ਇਹ ਕਰਤੇ ਪੁਰਖ। ਦੇਖੋ ਬਾਬਾ ਨਾਨਕ ਕਿੰਨੀ ਗਰੀਬੀ ਚਾਹੁੰਦੇ ਆ, ਕਹਿੰਦੇ ਕਿਰਪਾ ਕਰੀ, ਤਰਸ ਕਰੀ, ਸੋਝੀ ਦੇਵੀ। ਮੈਂ ਤੇਰੀ ਬੰਦਗੀ ਨਹੀਂ ਕਰ ਸਕਿਆ ਕਿਉਂਕਿ ਮੇਰੀ ਮੱਤ ਹੀ ਥੋੜੀ ਹੈ, ਮੇਰੀ ਅਕਲ ਹੀ ਘੱਟ ਹੈ। ਮੱਤ ਥੋੜੀ ਸੇਵ ਗਵਾਈ ਹੈ, ਪਰ ਵਾਹਿਗੁਰੂ ਬਖਸ਼ਿਸ਼ ਕਰੀ, ਸੋਝੀ ਦੇਵੀ। ਮੈਨੂੰ ਸੋਝੀ ਨਹੀਂ ਹੈ, ਬੰਦਗੀ ਕਰਨ ਦੀ ਸੋਝੀ ਨਹੀਂ ਹੈ, ਮੇਰੀ ਮੱਤ ਥੋੜੀ ਹੈ। ਉਹ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਇਹ ਗਰੀਬੀ ਕਿਸੇ ਹੋਰ ਦੇ ਘਰ ਨਹੀਂ ਮਿਲੇਗੀ, ਇਹ ਗਰੀਬੀ ਕਿਤੇ ਹੋਰ ਨਹੀਂ ਮਿਲੇਗੀ। ਇਹ ਬਾਬਾ ਨਾਨਕ ਹੀ ਹੈ ਜਿਹਦੇ ਹਿੱਸੇ ਇਹ ਗਰੀਬੀ ਇੰਨੀ ਆਈ ਹੈ। ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿੰਨਾਂ ਦੀ ਪਾਈ ਹੈ, ਮੱਤ ਥੋੜੀ ਸੇਵ ਗਵਾਈ ਹੈ। ਸੋ ਇੱਥੇ ਆਪਣੀਆਂ 10 ਪੌੜੀਆਂ ਦਾ ਵਿਚਾਰ ਜਿਹੜਾ ਉਹ ਆਪਾਂ ਅੱਜ ਪਹੁੰਚੇ। ਇਹਦੇ ਚੋਂ ਰਿਜ਼ਲਟ ਕੀ ਨਿਕਲ ਰਿਹਾ? ਪੂਰੇ ਸ਼ਲੋਕ ਆਪਾਂ ਇੱਥੋਂ ਸ਼ਲੋਕ ਮਹਲਾ ਪਹਿਲਾ ਪੜਿਆ, ਕੂੜ ਰਾਜਾ ਕੂੜ ਭੰਜਾ। ਰਿਜ਼ਲਟ ਇਹ ਨਿਕਲ ਰਿਹਾ, ਪਹਿਲੀ ਗੱਲ ਕਿ ਗਰੀਬੀ 'ਚ ਰਹਿਣਾ ਬਹੁਤ ਜ਼ਰੂਰੀ ਹੈ, ਔਰ ਇੱਕ ਕਰਤੇ ਪੁਰਖ ਦੇ ਨਾਮ ਤੋਂ ਸਿਵਾਏ ਸਭ ਕੂੜ ਹੀ ਕੂੜ ਹੈ। ਇਸ ਗੱਲ ਨੂੰ ਬਾਬੇ ਨਾਨਕ ਦਾ ਹੀ ਸ਼ਬਦ ਪੱਕਾ ਕਰ ਰਿਹਾ ਕਿ ਜਪ ਹੋ ਤਾਂ ਏਕੋ ਨਾਮਾ, ਅਵਰ ਨਿਰਾ ਫਲ ਕਾਮਾ। ਬਾਕੀ ਕੰਮਾਂ ਨੂੰ, ਪਖੰਡਾਂ ਨੂੰ, ਕਰਮ ਕਾਂਡਾਂ ਨੂੰ ਧਰਮ ਸਮਝ ਕੇ ਆਪਾਂ ਕਰੀ ਜਾਂਦੇ ਆ, ਲੇਕਿਨ ਉਹਨਾਂ ਨੂੰ ਕੋਈ ਫਲ ਨਹੀਂ ਲੱਗ। ਇੱਕ ਕਰਤੇ ਪੁਰਖ ਦੇ ਨਾਮ ਤੋਂ ਸਿਵਾਏ ਸਭ ਕੂੜ ਹੀ ਕੂੜਾ। ਲੇਕਿਨ ਉਹ ਵੀ ਜਿਹੜਾ ਨਾਮ ਜਪਣਾ ਉਹ ਗਰੀਬੀ 'ਚ ਰਹਿ ਕੇ ਜਪਣਾ, ਬੇਨਤੀ ਰੂਪ ਹੋ ਕੇ ਜਪਣਾ। ਦੂਜੀ ਗੱਲ, ਇੱਥੇ ਫੇਰ ਕਲੋਜ਼ਿੰਗ ਲਾਈਨ ਦੇ ਵਿੱਚ ਬਾਬਾ ਨਾਨਕ ਸਾਨੂੰ ਰਿਜ਼ਲਟ ਦੱਸ ਰਹੇ। ਉਹ ਕੀ ਹੈ ਕਿ ਜੋ ਵੀ ਗਰੀਬੀ 'ਚ ਰਹਿ ਕੇ ਬੇਨਤੀ ਰੂਪ ਹੋ ਕੇ ਨਾਮ ਜਪੇਗਾ, ਉਹਦੇ ਪੱਲੇ ਨਾਮ ਧਨ ਹੋਏਗਾ, ਨਾਮ ਦਾ ਧਨ ਉਹਦੇ ਕੋਲ ਜਮਾ ਹੋਏਗਾ। ਪੌੜੀ ਵਿੱਚ ਕੀ ਸੰਦੇਸ਼ ਕਿ ਆਪਣੇ ਆਪ ਨੂੰ ਏਦਾਂ ਸਮਝਣਾ ਵੀ ਮੇਰੀ ਮੱਤ ਬਹੁਤ ਥੋੜੀ ਹੈ, ਮੇਰੀ ਮੱਤ ਹੈ ਹੀ ਨਹੀਂ, ਮੱਤ ਥੋੜੀ ਸੇਵ ਗਵਾਈ ਹੈ। ਇਸ ਤਰ੍ਹਾਂ ਹੀ ਬੇਨਤੀ ਕਰਨੀ ਹੈ ਕਿ ਮੈਂ ਤੇਰੀ ਬੰਦਗੀ ਕਰ ਹੀ ਨਹੀਂ ਸਕਿਆ, ਮੈਨੂੰ ਬੰਦਗੀ ਕਰਨ ਦੀ ਸੋਝੀ ਨਹੀਂ ਹੈ, ਮੇਰੀ ਮੱਤ ਹੀ ਥੋੜੀ ਹੈ। ਸੋ ਇਹ ਇੱਥੇ ਅੱਜ 10 ਨੰਬਰ ਪੌੜੀ ਦਾ ਆਪਾਂ ਜਿਹੜਾ ਗਿਆਨ ਹੈ ਸਮਾਪਤ ਕਰ ਰਹੇ ਹਾਂ।